ਇਹ ਅਸੀਂ ਬਚਪਨ ਤੋਂ ਲੈ ਕੇ ਮੱਝਾਂ ਦਾ ਸ਼ੌਕ ਕੀਤਾ ਤੇ ਮੱਝਾਂ ਨਾਲ ਹੀ ਜ਼ਿੰਦਗੀ ਕੱਢ ਛੱਡੀ ਤੇ ਐਸਾ ਹੀ ਕਾਰੋਬਾਰ ਕਰੀਦਾ। ਵਾਹ। ਹਾਂ। अस्सलाम वालेकुम। ਵਾਲੇਕੁਮ ਸਲਾਮ। चाचा जी की हाल है ਅੱਲਾ ਤੁਹਾਡਾ? ਦਾ ਸ਼ੁਕਰ ਭਾਈਜਾਨ। ਕੀ ਨਾਂ ਹੈ ਮੇਰੇ ਚਾਚੇ ਦਾ? ਜੀ ਸਨਾਉਲਾ। ਸਨਾਉਲਾ। ਜੀ। ਚਾਚਾ ਸਨਾਉਲਾ, ਇਹ ਕਿਹੜਾ ਇਲਾਕਾ ਜੇ, ਕਿਹੜਾ ਪਿੰਡ ਜੇ? ਜੀ ਇਹ ਇਲਾਕਾ ਬਜਵਾਤ ਹੈ, ਨੌਂਦੇ ਚੱਕ ਪਿੰਡ ਹੈ ਇਹਨੂੰ ਕਹਿੰਦੇ ਨੇ। ਇਹ ਸੁਣਿਆ ਨੌਂਦੇ ਚੱਕ ਦੀ ਜਗ੍ਹਾ ਜਗ੍ਹਾ ਤੇ ਚੱਪੇ ਚੱਪੇ ਤੇ ਡੰਗਰ ਨੇ। ਜੀ ਬੜਾ ਮਾਲਦਾਰੀ ਬੇਭਾ ਆ ਜੀ। ਅੱਜ ਅਸੀਂ ਮਾਲਦਾਰੀ ਦੇ ਗੜ੍ਹ ਚ ਆ ਗਏ ਹਾਂ। ਹਾਂਜੀ ਹਾਂਜੀ। ਤੇ ਇੱਥੇ ਤੁਹਾਡੇ ਬੜਾ ਕੋਲ ਗਾੜਾ ਅੱਲਾ ਦੀ ਮਿਹਰਬਾਨੀ। ਤੇ ਤੁਹਾਡੇ ਕੋਲ ਬੜੀਆਂ ਮਜ਼ੇਦਾਰ ਗੱਲਾਂ ਪੁੱਛਣੇ ਆ। ਹਾਂਜੀ ਮਿਹਰਬਾਨੀ। ਸਨਾਉਲਾ ਤੁਹਾਂ ਦੱਸਿਆ ਹੈ ਕਿ ਖਾਂਗੜੀਆਂ ਮੱਝਾਂ ਦਾ ਅਸੀਂ ਕਾਰੋਬਾਰ ਕਰਨੇ ਆ ਔਰ ਖਾਂਗੜੀਆਂ ਵੇਚਨੇ ਆ। ਹਾਂਜੀ। ਜਿਹੜੇ ਲੋਕ ਕਿਸ਼ਤਾਂ ਤੇ ਮੱਝਾਂ ਲੈਂਦੇ ਨੇ, ਹਾਂਜੀ ਹਾਂਜੀ। ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਜੀ ਕਿਸ਼ਤਾਂ ਲੈਂਦੇ ਨੇ, ਉਹ ਬੜੀ ਮਹਿੰਗੀ ਲੱਭਦੀ ਹੈ ਉਹਨਾਂ ਨੂੰ। ਸਹੀ ਹੈ। ਹਾਂ। ਕਿਸ਼ਤਾਂ ਤੇ ਕਈ ਲੋਕ ਕਹਿੰਦੇ ਨੇ ਜੀ ਅਸੀਂ ਲੈ ਕੇ ਤੇ ਕਾਰੋਬਾਰ ਚਲਾਉਂਦੇ ਆ ਪਏ, ਅਸੀਂ ਕਿਸ਼ਤ ਵੀ ਲਾਉਂਦੇ ਆ ਪਏ, ਅਸੀਂ ਸਾਰਾ ਕੁਝ ਕਰਨੇ, ਉਹ ਕਿਸ ਤਰ੍ਹਾਂ ਕਰ ਲੈਂਦੇ ਨੇ? ਬਸ ਜੀ ਉਹਨਾਂ ਦੀ ਆਪਣੀ ਸੋਚ ਹੈ, ਸਾਨੂੰ ਤੇ ਉਹ ਵਾਰਾ ਹੀ ਨਹੀਂ ਖਾਂਦੀ। ਅੱਛਾ। 2 ਲੱਖ ਦੀ ਚੀਜ਼ ਹੈ, 3 ਲੱਖ ਦੀ ਲੈਣੀ, ਸਾਡੀ ਤੇ ਸਮਝ ਨਹੀਂ ਆਉਂਦੀ। ਠੀਕ ਨਹੀਂ ਹੈ। 2 ਲੱਖ ਦੀ ਉਧਾਰੇ ਲੈਣੀ ਹੈ, ਸਾਲ ਬਾਅਦ ਪੈਸੇ ਦੇਣੇ ਨੇ, 6 ਮਹੀਨੇ ਬਾਅਦ, ਸਾਡੀ ਉਹ ਸਮਝ ਨਹੀਂ ਆਉਂਦੀ, ਅਸੀਂ ਨਹੀਂ ਲੈ ਸਕਦੇ। ਯਾਨੀ ਜਿਨ੍ਹਾਂ ਲੋਕਾਂ ਕੋਲ ਜ਼ਿਆਦਾ ਮੱਝਾਂ ਹੁੰਦੀਆਂ ਨੇ, ਜ਼ਿਆਦਾ ਉਹਨਾਂ ਦਾ ਨਿਜ਼ਾਮ ਹੁੰਦਾ ਹੈ, ਉਹ ਕਿਸ਼ਤਾਂ ਤੇ ਲਿਲ ਵੀ ਲੈਣ ਤੇ ਗੁਜ਼ਾਰਾ ਚੱਲ ਜਾਂਦਾ ਉਹਨਾਂ ਹੈ। ਦਾ ਚੱਲ ਜਾਂਦਾ। ਤੇ ਜਿਹੜੇ ਆਮ ਬੰਦੇ ਨੇ ਜਿਨ੍ਹਾਂ ਨੇ ਥੋੜੀਆਂ ਲੈਣੀਆਂ ਨੇ, ਉਹਨਾਂ ਨੂੰ ਐਸਾ ਘਸਾ ਲੱਗਦਾ ਹੈ ਕਿ ਜਿਹੜੀਆਂ ਆਪਣੀਆਂ ਹੁੰਦੀਆਂ ਨੇ ਉਹ ਵੀ ਵੇਚ ਕੇ ਉਹ ਵੀ ਜਾਣ। ਵੇਚ ਕੇ ਜਾਣ ਨਹੀਂ ਛੁੱਟਦੇ। ਠੀਕ ਹੋ ਗਿਆ। ਹਾਂ। ਤੇ ਜਿਹੜੇ ਲੋਕ ਕਿਸ਼ਤਾਂ ਦੇ ਵੇਚਦੇ ਨੇ, ਉਹ ਪੈਸੇ ਲੈਣ ਵੀ ਜਾ ਰਿਹਾ ਉਹਨਾਂ ਨੂੰ, ਉਹ ਪੈਸੇ ਵੀ ਲੈ ਸਕਦੇ। ਅੱਛਾ। ਹਾਂ। ਤੁਸੀਂ ਉਸ ਬੰਦੇ ਨੂੰ ਮਸ਼ਵਰਾ ਦੇਣਾ ਹੈ ਜਿਹੜਾ ਨਪੋਲ ਏ ਔਰ ਕਾਰੋਬਾਰ ਕੋਈ ਨਹੀਂ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ ਕਰੋਨਾ ਦੀ ਵਜ੍ਹਾ ਤੋਂ ਬੜੇ ਜਿਹੜੇ ਲੋਕ ਬਾਹਰੋਂ ਛੱਡ ਕੇ ਪਾਕਿਸਤਾਨ ਹੋਰ ਆਉਂਦੇ ਆਏ ਪਏ, ਨੇ। ਹਾਂ। ਕਿਉਂਕਿ ਸਾਰੀ ਜ਼ਿੰਮੇਵਾਰੀ ਇੱਧਰ ਆ ਕੇ ਸਾਰੇ ਜ਼ਿੰਮੇਦਾਰੀ ਕਰਦੇ ਨੇ ਹਾਂਜੀ, ਜਾਂ ਆਪਣੀਆਂ ਜ਼ਮੀਨਾਂ ਨੇ ਤੇ ਉਹ ਮੱਝਾਂ ਛੱਜਾਂ ਦੇ ਬਾਰੇ ਸੋਚਦੇ ਨੇ। ਹਾਂਜੀ ਹਾਂਜੀ। ਉਹ ਪੁੱਛਦੇ ਨੇ ਕਿ ਮੱਝ ਜਦੋਂ ਲਈਏ ਤੇ ਮੱਝ ਕਿਹੜੀ ਲੈਣੀ ਚਾਹੀਦੀ ਹੈ ਜਿਹੜੀ ਦੁੱਧੋਂ ਬਹੁਤੀ ਹੋਏ, ਯਾਨੀ ਬਹੁਤਾ ਦੁੱਧ ਦੇ, ਬਹੁਤਾ ਤੇ ਦੇ ਕਿਹੜੀ ਦਿਓ। ਨਸਲ ਨੂੰ ਅਸੀਂ ਤਰਜੀਹ ਦਈਏ? ਉਹ ਤੇ ਸਾਹੀਵਾਲ ਨੂੰ ਲੈਣੇ ਪੈਂਦੀਆਂ ਜੀ, ਉਹ ਤੇ ਨਸਲੀ ਝੋਟੀਆਂ ਨੇ ਬਾਹਰ ਦੀਆਂ। ਅੱਛਾ। ਇੱਧਰ ਨਹੀਂ, ਇੱਧਰ ਤੇ ਦੇਸਾ ਡੰਗਰ ਹੁੰਦੇ ਨੇ ਘਰਾਂ ਦੇ। ਠੀਕ ਹੈ। ਹਾਂ। ਤੇ ਬਾਹਰ ਦੀ ਮੱਝ ਜਿਹਨੂੰ ਲੈਣ ਜਾਣੀ ਹੈ ਤੇ ਉਹਦੀ ਪਛਾਣ ਫਿਰ ਕਿਸਾਂ ਕਰੀਏ? ਉਹ ਜੀ ਬਾਰੀ ਝੋਟੀਆਂ ਆਈ, ਉਧਰ ਬਾਰੀ ਨੇ, ਉਧਰ ਦੇਸੀ ਆਈ ਕੋਈ ਨਹੀਂ। ਅਸੀਂ ਸੁਣਿਆ ਸੀ ਕਿ ਕੁਝ ਵਪਾਰੀ ਇਧਰੋਂ ਜਿਹੜੀਆਂ ਛੋਟੀਆਂ ਝੋਟੀਆਂ ਹੁੰਦੀਆਂ ਨੇ, ਛੋਟੇ ਜਾ ਹੁੰਦੇ ਨੇ, ਉਹ ਲੈ ਉਹ ਜਾਂਦੇ। ਲੈ ਜਾਂਦੇ ਨੇ ਤੇ ਉਹ ਬਣਾ ਕੇ ਤੇ ਉਹ ਫਿਰ ਬਣਾ ਕੇ ਉਧਰੋਂ ਤਿਆਰ ਕਰਕੇ, ਉਹਨਾਂ ਦਾ ਆਪਣਾ ਕਾਰੋਬਾਰ ਹੈ ਜੀ। ਉਹ ਆਪਣੀ ਉਹਨਾਂ ਬਣਾ ਨੇ ਕੇ ਦੇਸੀ ਵੀ ਲੈ ਜਾਂਦੇ ਨੇ ਬਾਸ ਲੈ ਜਾਂਦੇ, ਤਿਆਰ ਕਰਕੇ ਵੇਚਦੇ ਨੇ ਨਾ। ਉਧਰ ਅੱਛਾ। ਜੂ ਚੰਗੀ ਹੈ। ਜੂ ਕਿਸ ਹਵਾਲੇ ਨਾਲ ਚੰਗੀ ਹੈ? ਉਧਰ ਪਾਣੀ ਲੱਗਦਾ ਹੈ, ਉਹ ਫਸਲ ਚੰਗੇ ਹੁੰਦੇ ਨੇ, ਪੈਲੀ ਬਰਾਨੀ ਹੈ, ਖਸਲੀ ਪੈਲੀ ਹੈ। ਸਾਡੇ ਇੱਥੇ ਰੋਈ ਪੈਲੀ ਹੈ, ਉੱਥੇ ਖਸਲੀ ਪੈਲੀ ਹੈ, ਸਾਡੇ ਇੱਥੇ ਰੋਈ ਪੈਲੀ ਹੈ। ਅੱਛਾ ਚਾਚਾ ਸਨਾਉਲਾ, ਤੁਸੀਂ ਦੱਸ ਰਹੇ ਹੋ ਕਿ ਉਹ ਜ਼ਮੀਨ ਸਹੀ ਹੈ ਜਾਂ ਉਹ ਪਾਣੀ ਠੀਕ ਹੈ। ਉਹ ਕਹਿੰਦੇ ਨੇ ਜੀ ਜਦੋਂ ਸਾਡੀਆਂ ਮੱਝਾਂ ਇੱਧਰ ਆਉਂਦੀਆਂ ਨੇ ਸਿਆਲਕੋਟ ਵਾਲੀ ਸਾਈਡ ਤੇ, ਹਾਂ। ਤੇ ਇੱਥੇ ਆ ਕੇ ਤੇ ਜ਼ਿਆਦਾ ਉਹ ਫੁੱਲਦੀਆਂ ਆਹੋ, ਪਾਣੀ ਤਾਂ ਤਬਦੀਲ ਹੁੰਦਾ, ਤੋਂ ਆ ਕੇ ਨਵੀਆਂ ਹੋ ਜਾਂਦੀਆਂ, ਇੱਥੇ ਆ ਕੇ ਵੱਧੀਆਂ ਫੁੱਲਦੀਆਂ ਨੇ ਮਈਆਂ। ਸੇਵਾ ਕਰਦੇ ਨੇ ਸਿਆਲਕੋਟੀਏ। ਅੱਛਾ। ਹਾਂ। ਯਾਨੀ ਇੱਥੇ ਦੁੱਧ ਵਾਲੇ ਡੰਗਰ ਦੀ ਬੜੀ ਸੇਵਾ ਹੈ, ਜਿਹੜੀ ਦੂਜੀ ਝੋਟੀ ਹੈ ਉਹਦੀ ਬੜੀ ਸੇਵਾ ਕਰਨੇ ਅਸੀਂ। ਠੀਕ ਹੋ ਗਿਆ। ਪੱਠੇ ਰੱਜ ਕੇ ਡਿਸਟ੍ਰਿਕਟ ਨੂੰ ਮਿਲ ਜਾਣ ਤਾਂ ਉਹ ਸਿੱਧੀ ਹੋ ਹੀ ਜਾਣੀ ਦਿਨਾਂ 'ਚ। ਸਹੀ ਹੋ ਗਿਆ। ਹਾਂ। ਅੱਛਾ, ਹੁਣ ਸਕੀਮ ਦੱਸਣੀ ਜੇ ਕਿ ਹਾਂਜੀ। ਇੱਕ ਬੰਦਾ, ਜਿਸ ਤਰ੍ਹਾਂ ਤੁਸੀਂ ਅੱਗੇ ਗੱਲ ਕਰਦੇ ਸੋ ਕਿ ਅਸੀਂ ਗਰਮੀਆਂ ਦੇ ਵਿੱਚ ਦੁੱਧ ਜਿਹੜਾ ਵੀ ਉਹ ਘੱਟ ਵੇਚਨੇ ਆ, ਆਹ ਕੀ ਵਜ੍ਹਾ ਹੈ ਕਿ ਤੁਸੀਂ ਪਹਿਲੇ ਫਾਰਮਰ ਸਾਨੂੰ ਮਿਲੇ ਹੋ ਜਿਹੜੇ ਆਂਦੇ ਨੇ ਕਿ ਗਰਮੀਆਂ 'ਚ ਸਾਡਾ ਦੁੱਧ ਜਿਹੜਾ ਵੀ ਉਹ ਤਕਰੀਬਨ ਨਾਮਲੂਮਾ ਜਿਹਾ ਹੁੰਦਾ ਤੇ ਸਰਦੀਆਂ 'ਚ ਸਾਡਾ ਜਿਹੜਾ ਮਨਾਂ 'ਚ ਜਾਂਦਾ ਹੈ, ਉਹਦੀ ਵਜ੍ਹਾ ਕੀ ਹੈ? ਅਸੀਂ ਖਾਂਗੜੀਆਂ ਮਈਆਂ ਲੈਂਦੇ ਹਾਂ, ਖਾਂਗੜੀਆਂ ਸਿਆਲ 'ਚ ਸਟਾਲੇ 'ਚ ਦੁੱਧ ਦੇਣਾ। ਜੇ ਲਈ ਕੋਈ ਗਰਮੀ ਪੈਣੀ, ਉਹਨੇ ਦੁੱਧ ਘੱਟ ਜਾਣਾ ਤੇ ਦੁੱਧ ਮੁੱਕ ਜਾਣਾ ਉਹਨਾਂ ਥੱਲੇ। ਅੱਗੋਂ 6 ਮਹੀਨੇ ਦੇ ਗੱਭਣਾ ਹੋ ਜਾਂਦੀਆਂ ਨੇ। ਹਾਂ, ਸੁੱਕਤਿਆਂ ਨੇ ਮੌਸਮ ਦੀਆਂ ਪਾਣੀਆਂ ਨਾ ਹੁਣ, ਤੇ ਉਹਨਾਂ ਸਿਆਲ 'ਚ ਸਾਡੇ ਕੋਲ ਦੁੱਧ ਦਿੰਦੇ ਰਹਿਣਾ। ਜਦੋਂ 6 ਮਹੀਨੇ ਦੀ ਗੱਭਣ ਹੋ ਜਾਣੀ ਹੈ ਤੇ ਉਹਨੇ ਦੁੱਧ ਘੱਟ ਜਾਣਾ, ਤੇ ਅਸਾਂ ਉਹਨੂੰ ਦੁੱਧ ਛੱਡ ਦੇਣਾ, ਉਹਨੇ ਅੱਗੋਂ ਤਿਆਰ ਹੋ ਜਾਣਾ। ਠੀਕ ਹੋ ਗਿਆ। ਹਾਂ, 6-7 ਮਹੀਨੇ ਦੀ ਗੱਭਣ ਹੋ ਜਾਣੀ ਉਹ। ਠੀਕ ਹੈ, ਇਹ ਸਕੀਮ ਤੇ ਤੁਸੀਂ ਚੱਲਦੇ ਹੋ। ਹਾਂਜੀ। ਅੱਛਾ, 2-4 ਗੱਲਾਂ ਬੜੀਆਂ ਅਹਿਮ ਨੇ ਇੰਤਹਾਈ, ਔਰ ਤੁਸੀਂ ਮਾਸ਼ਾਅੱਲਾ ਸਿਆਣੇ ਹੋ। ਮੈਂ ਅੱਗੇ ਗੱਲ ਕੀਤੀ ਹੈ ਕਿ ਕਈਆਂ ਲੋਕਾਂ ਨੇ ਕਿਤਾਬਾਂ ਪੜ੍ਹੀਆਂ ਹੁੰਦੀਆਂ ਨੇ, ਕਈਆਂ ਨੇ ਜ਼ਮਾਨਾ ਪੜ੍ਹਿਆ। ਹਾਂਜੀ। ਤੁਸੀਂ ਜ਼ਮਾਨਾ ਪੜ੍ਹਿਆ, ਦੱਸੋ ਕਿ ਮੱਝਾਂ ਦੇ ਕੰਮ ਵਿੱਚ ਨੁਕਸਾਨ ਤੋਂ ਕਿਸ ਤਰ੍ਹਾਂ ਬਚੀਏ? ਕਿ ਜਿਹੜੇ ਲੋਕਾਂ ਦਾ ਨੁਕਸਾਨ ਹੋ ਜਾਂਦਾ, ਉਹ ਕਿਹੜੀ ਐਸੀ ਗੱਲ ਹੈ ਜਿਹੜੀ ਤੁਹਾਡੀ ਨਜ਼ਰ 'ਚ ਆਈ ਹੈ ਕਿ ਇਹ ਫਲਾਣੇ ਬੰਦੇ ਨੇ ਇਹ ਹਰਕਤ ਕੀਤੀ ਹੈ, ਇਹ ਅਮਲ ਕੀਤਾ ਤੇ ਇਹਦਾ ਨੁਕਸਾਨ ਹੋ ਗਿਆ? ਉਹਨਾਂ ਨੇ ਨੌਕਰ 2 ਰੱਖ ਲਏ ਨੇ, ਆਪੇ ਅੰਦਰ ਸੁੱਤੇ ਰਹੇ ਨੇ, ਨੌਕਰਾਂ ਕੋਲੋਂ ਕੰਮ ਲੈ ਕੇ, ਤੇ ਉਹ ਲੋਕ ਕਾਮਯਾਬ ਨਹੀਂ ਹੁੰਦੇ। ਕੀ ਬਾਤ, ਕੀ ਬਾਤ। ਨੌਕਰਾਂ ਕੋਲ ਬੰਦਾ ਕਹਿੰਦਾ ਮੈਂ ਬੰਦੇ ਰੱਖੇ ਨੇ ਪਿੱਛੇ, ਗਰਮੀਆਂ ਅੰਦਰ ਬੰਨਣਗੇ, ਛਾਵੇਂ ਬੰਨਣਗੇ, ਉਹਨਾਂ ਨੂੰ ਕੋਈ ਨਹੀਂ, ਉਹ ਪਾਣੀ ਤੋਂ ਬਗੈਰ ਡਾਂਨ ਤੋਂ ਛਾਵੇਂ ਉਹ ਬੰਨ ਛੱਡਦੇ ਨੇ। ਨੌਕਰ ਤੇ ਰੱਜ ਕੇ ਪਾਣੀ ਨਹੀਂ ਡੰਗਰ ਨੂੰ ਪੀਣ ਦਿੰਦੇ, ਇਸ ਵਜ੍ਹਾ ਤੋਂ ਆਗੂ ਰਹਿ ਜਾਂਦੇ। ਨੌਕਰਾਂ ਨੂੰ ਦੁੱਧ ਦਿੰਦੇ ਨੇ, ਜਾਓ ਵੇਚ ਆਵੋ। ਉਹਨਾਂ ਨੇ ਮਾਰਾ ਸਿਰ ਵਿੱਚ ਨਾ, ਨੌਕਰਾਂ ਦੀ ਕਮਾਈ ਵੀ ਕਦੇ ਅੱਗੇ ਆਈ ਹੈ। ਉਹਨਾਂ ਨੇ ਆਪਣਾ ਦਾਤ ਦੇਖਣਾ, ਨੌਕਰਾਂ ਨੇ ਆਪਣਾ ਫੰਦ ਦੇਖਣਾ, ਪਰ ਸਾਨੂੰ ਰੋਟੀ ਲੱਭਦੀ ਹੋਵੇ। ਹਾਂ। ਤੇ ਜੇ ਬਿਲ ਫਿਰ ਨੌਕਰਾਂ ਕੋਲ ਹੀ ਕੰਮ ਕਰਾਉਣਾ ਤੇ ਕਿਸ ਤਰ੍ਹਾਂ ਕਰਾਇਆ ਜਾਏ? ਉਹਦੇ ਸਿਰ ਤੇ ਖਲੋਣੇ ਪੈਂਦਾ ਨੌਕਰਾਂ ਨਾਲ, ਆਪੇ ਨੌਕਰ ਹੋ ਕੇ ਰਹਿਣੇ ਪੈਂਦਾ, ਆਪੇ ਵਿੱਚ ਖਲੋਣਾ। ਉਹ ਧਾਰ ਕੱਢੀਏ ਨਹੀਂ, ਇਹਨੂੰ ਕੀ ਪਾਏ, ਇਹਨੂੰ ਪੱਠੇ ਨਹੀਂ ਖਾਧੇ, ਇਹਨੂੰ ਪਾਣੀ ਦੱਸ, ਇਹਨੂੰ ਲੂਣ ਮਿਰਚ ਮਸਾਲਾ ਦਿਓ, ਤਾਂ ਬੱਚਤ ਹੁੰਦੀ ਹੈ। ਜੇ ਬੰਦਾ ਕਿਸੇ ਕੋਲ ਕੰਮ ਕਰਾਏ ਤੇ ਫਿਰ ਨਹੀਂ ਕਾਮਯਾਬ ਹੋਣਾ। ਯਾਨੀ ਅੱਡ ਭੰਨ ਕੇ ਨਾਲ ਟੁਰਨਾ ਪੈਂਦਾ। ਅੱਡ ਭੰਨ ਕੇ ਨਾਲ ਟੁਰਨੇ ਪੈਂਦੇ। ਕੁਝ ਐਸੇ ਮਸਾਇਲ ਨੇ ਜਿਹੜੇ ਸਾਡੇ ਫਾਰਮਰ ਭਰਾਵਾਂ ਨੂੰ
ਨਜ਼ਰ ਆਉਂਦੇ ਨੇ ਔਰ ਉਹ ਬੜੇ ਪਰੇਸ਼ਾਨ ਨੇ ਉਹ ਬਿਮਾਰੀਆਂ ਦੇ ਹਵਾਲੇ ਨਾਲ। ਹਾਂਜੀ ਹਾਂਜੀ। ਸਭ ਤੋਂ ਪਹਿਲੇ ਦੱਸਿਓ ਕਿ ਇੱਕ ਸਾੜੂ ਦਾ ਐਸਾ ਮਸਲਾ ਹੈ, ਥਣਾਂ ਦਾ ਜਿਹੜੇ ਮਸਾਇਲ ਨੇ ਹਾਂਜੀ ਹਾਂਜੀ। ਉਹਦਾ ਕੋਈ ਸਾਨੂੰ ਐਸਾ ਹੈ ਕਿ ਨਿਚੋੜ ਕਰਕੇ ਦੱਸ ਛੜੋ ਕਿ ਜਿਹੜੇ ਬੰਦੇ ਸਾਡੀ ਵੀਡੀਓ ਵੇਖ ਰਹੇ ਨੇ ਤੁਹਾਡਾ ਮਸ਼ਵਰਾ ਸੁਣ ਰਹੇ, ਇੱਕ ਸਦਕਾ ਜਾਰੀਆ ਬਣ ਜਾਏ, ਉਹਦਾ ਭਲਾ ਹੋਈਏ ਕਿ ਅੱਲਾ ਤੁਹਾਡਾ ਵੀ ਭਲਾ ਕਰ ਛੜੇ। ਕੋਈ ਐਸਾ ਇਲਾਜ ਥਾਣਾ ਦਾ ਦੱਸ ਛੜੋ ਕਿ ਜਿਹੜੇ ਮਾਮਲਾ ਇਹਦਾ ਸੰਤ ਜੀ ਉਹ ਡਾਕਟਰ ਜਿਹਨਾਂ ਨੇ ਕੋਰਸ ਕੀਤੇ ਨੇ ਉਹ ਦੱਸ ਸਕਦੇ ਨੇ। ਅਸਾਂ ਤੇ ਇੱਥੇ ਦੇਸੀ ਇਲਾਜ ਹੈ ਜਿਹੜਾ ਉਹ ਕਰੀਦਾ। ਕਿਹੜਾ ਕਰਦੇ ਹੋ? ਅਸੀਂ ਹਲਦੀ ਆਂਦੀ ਹੈ ਸਿਆਲ ਵਿੱਚ। ਅੱਛਾ। ਅਸਾਂ ਉਹ ਕੋਈ ਮਣ 2 ਮਣ ਲੈ ਕੇ ਰੱਖ ਲਈਦੀ ਹੈ। ਮਣ 2 ਮਣ ਹਲਦੀ? ਅੱਛਾ। ਤੇ ਉਹਦਾ ਫਿਰ ਉਹਨੂੰ ਜਿਹੜੇ ਚਾਹੀਦੀ ਹੈ ਉਹਲੇ ਉਤੋਂ ਕੱਢ ਲੈਣੀ, ਪੁੱਟ ਲੈਣੀ ਹੈ, ਉੱਥੋਂ 2 ਕਿਲੋ ਉਹ ਪਾ ਲੈਣੀ ਹੈ, 2 ਕਿਲੋ ਨਿੰਬੂ ਪਾ ਕੇ ਤੇ ਉਹਦਾ ਸਾੜਾ ਬਣਾ ਕੇ ਤੇ ਫਿਰ ਉਹ ਪਾਈ ਦੇ ਵਿੱਚ ਸ਼ੀਸ਼ਾ ਲੂਣ ਕੋਈ ਕਿਲੋ ਪਾ ਲਈਦਾ, ਉਹਦਾ ਸਾੜਾ ਬਣਾ ਕੇ ਤੇ ਉਹਦੇ 'ਚ ਹੱਥ ਮਾਰ ਕੇ ਤੇ ਉਹ ਦੇ ਦੇ। ਸਾੜਾ ਬਣਾ ਕੇ ਕੀ ਮਤਲਬ? ਸਾੜਾ ਕਿੰਜ ਬਣਦਾ ਜੀ? ਉਹ ਸਾੜਾ ਬੰਦਾ ਜਦੋਂ ਹਰਦਲ ਤੇ ਉਹ ਪਾਇਆ ਹੋਵੇ ਨਾ ਵਿੱਚ ਖੱਟੀ ਲੱਸੀ ਤੇ ਵਿੱਚ ਨਿੰਬੂ ਤੇ ਉਹ ਸਾਰੀਆਂ ਚੀਜ਼ਾਂ ਵਿੱਚ ਲੂਣ ਪਾਇਆ ਜਾਵੇ 7 ਦਿਨ ਹੰਡੀ ਦੇ ਉਹਦੇ ਵਿੱਚ ਰਵੇ ਚਾਟੀ 'ਚ ਤੇ ਉਹਦਾ ਸਾੜਾ ਬਣ ਜਾਂਦਾ। ਉਹਨੂੰ ਸਾੜਾ ਕਹਿੰਦੇ। ਤੇ ਫਿਰ ਉਸ ਤੋਂ ਬਾਅਦ ਉਹ ਦੇਈਦਾ ਕਿਸ ਤਰ੍ਹਾਂ? ਦੇਈਦਾ ਉਹਨੂੰ ਹੱਥ ਮਾਰ ਕੇ ਤੇ 2 ਨਾਲਾਂ ਉਹਨੂੰ ਦੇੜਨੀਆਂ, ਯਾਨੀ ਮਿਕਸ ਕਰਕੇ ਹੱਥ ਮਾਰਨਾ ਵਿੱਚ 2 ਨਾਲਾਂ ਭਰ ਕੇ ਤੇ ਉਹਨੂੰ ਦੇੜਨੀਆਂ ਨੇ ਸੌਣ ਤੋਂ ਪਹਿਲਾਂ। ਇਹਦਾ ਫਾਇਦਾ ਕੀ ਹੋਏਗਾ? ਅੱਲਾ ਦੀ ਮਿਹਰਬਾਨੀ ਥਾਂ ਚਾਲੂ ਹੋ ਜਾਏਗਾ। ਚਾਲੂ ਤੋਂ ਮੁਰਾਦ ਕੀ ਕਿ ਜਿਹੜਾ ਬੰਦ ਹੋਇਆ ਉਹ ਵੀ ਬੰਦ ਹੋਇਆ ਚਾਲੂ ਹੋ ਜਾਏਗਾ। ਛੋਟਾ ਪੂਰਾ ਹੋ ਜਾਏਗਾ। ਛੋਟਾ ਪੂਰਾ ਹੋ ਜਾਏ, ਜਿਹੜਾ ਘਟਿਆ ਦਾ ਪੂਰਾ, ਜਿਹੜਾ ਉਂਝ ਬੰਦ ਉਹ ਤਾਂ ਚੱਲਣਾ ਹੀ ਨਹੀਂ। ਇਹ ਸਿਆਸੀਆਂ ਦੇ ਪਿਓ ਵਾਲਾ ਨੁਸਖਾ ਹੈ, ਬੜਾ ਨੁਸਖਾ। ਯਾਨੀ ਕਿ ਥਣ ਲੋਕਾਂ ਦੇ ਸਾਡਾ ਵੱਡਾ ਹੋ ਗਿਆ, ਛੋਟਾ ਹੋ ਗਿਆ, ਇਹ ਪੂਰਾ ਹੀ ਹੈ। ਥਣ ਘੱਟ ਹੈ ਉਹ ਪੂਰਾ ਹੋ ਜਾਂਦਾ। ਸੂਣ ਵਾਲੀ ਮੈਨੂੰ 3 ਮਹੀਨੇ ਰਹਿੰਦੇ ਪਏ ਨੇ, ਉਹਨੂੰ ਇਹ ਸੌਦਾ ਦਿਓ, ਨਹੀਂ ਅੱਲਾ ਦੀ ਮਿਹਰਬਾਨੀ ਥਣ ਠੀਕ ਹੋ ਜਾਏਗਾ। ਤੇ ਇਹ ਜਿਹੜਾ ਤੁਹਾਨੂੰ ਦੱਸਿਆ ਵੀ ਇਹ ਤੁਹਾਡੇ ਆਪਣੇ ਤਜਰਬੇ 'ਚ ਆਇਆ ਕੰਮ ਆਪ ਹੀ ਕੀਤਾ? ਹਾਂਜੀ ਸਾਹ ਕੀਤਾ ਆਪੇ। ਚਾਚਾ ਇੱਕ ਚੀਜ਼ ਪੁੱਛਣੀ ਹੈ, ਇਹਨਾਂ ਦਾ ਇਸ ਨੁਸਖੇ ਦਾ ਮੱਝ ਦੇ ਹਮਲ ਤੇ ਕੋਈ ਅਸਰ ਨਹੀਂ ਹੁੰਦਾ? ਕੋਈ ਨਹੀਂ ਨਾ, ਇਹਦੇ ਤੇ ਕੋਈ ਅਸਰ ਨਹੀਂ ਹੁੰਦਾ। ਠੀਕ ਹੋ ਗਿਆ। ਅੱਛਾ, ਜਿਹੜੀ ਥਣ ਦੇ ਜਿਹੜੇ ਮਸਾਇਲ ਨੇ ਨਾ ਉਹਦੇ 'ਚ ਇੱਕ ਹੁੰਦਾ ਹੈ ਕਿ ਉਹ ਗਿਲਟੀ ਜੀ ਬਣ ਜਾਂਦੀ ਹੈ ਥਣ ਵਿੱਚ ਥਣ ਦੇ, ਉਹਦਾ ਕੀ ਕਰੀਏ? ਹਾਂਜੀ, ਉਹਦੇ ਵਾਸਤੇ ਵੀ ਇਹੋ ਸਾਥ ਸਹੀ ਹੈ। ਉਹਦੇ ਵਾਸਤੇ ਵੀ ਆਈਏ। ਇੱਕ ਹੁੰਦਾ ਹੈ ਕਿ ਜਿਹਨੂੰ ਅਸੀਂ ਨਾੜ ਕਹਿੰਦੇ ਆ, ਡਾਕਟਰ ਕਹਿੰਦੇ ਨੇ ਕਿ ਇਹ ਹੁੰਦੀ ਹੈ ਇੱਕ ਚਰਬੀ ਜਿਹੀ ਜਿਹੜੀ ਵਿੱਚ ਆਹਿਸਤਾ ਨਾਲ ਖਲੋਣ ਲੱਗ ਪੈਂਦੀ ਹੈ ਨਾ ਜਿਹੜੀ। ਅੱਛਾ, ਇਹ ਹਰ ਚੀਜ਼ ਦਾ ਇਲਾਜ ਹਲਦੀ ਹੈ। ਅੱਛਾ, ਨਹੀਂ ਤੇ ਥਣ ਦੇ ਕਿਸੇ ਬਹਾਨੇ ਨੂੰ ਨੁਕਸਾ, ਇੱਕ ਪਾਸੇ ਉਹ ਕਾਣੀ ਹੋ ਗਈ, ਇੱਕ ਪਾਸੇ ਦੁੱਧ ਘੱਟ ਵੱਧ, ਇਹ ਹਲਦੀ ਹੈ ਜਿਹੜੀ ਸਾਰੀ ਬਿਮਾਰੀ ਦੂਰ ਕਰ ਦਿੰਦੀ। ਇਹ ਇੱਕ ਮੈਨੂੰ ਅੱਗੇ ਵੀ ਬੰਦੇ ਨੇ ਕਿਹਾ ਸੀ ਤੇ ਬੜਾ ਹਕੀਮ ਬੰਦਾ ਸੀ, ਉਹਨੇ ਕਿਹਾ ਸੀ ਇਹ ਵਾਲਾ ਨੁਸਖਾ ਜਿਹੜਾ ਤੁਸੀਂ ਸਾੜਾ ਦੱਸਿਆ ਨਾ, ਇਹ ਕਾਰੜੀਏ ਤੇ ਮੱਝ ਦੇ ਜਿਹੜੇ ਹਿੱਸੇ 'ਚ ਵੀ ਜਰਾਸੀਮ ਹੋਣ ਨਿਕਲ ਕੇ ਬਾਹਰ ਪੈਂਦੇ। ਕੀ ਬਾਤ। ਅੱਛਾ, ਇੱਕ ਅਕਸਰ ਗੱਲ ਹੁੰਦੀ ਹੈ, ਇਹੀ ਬੜੇ ਸਾਰੇ ਫਾਰਮਰ ਤੁਹਾਡੇ ਸਿਆਣੇ ਕਹਿੰਦੇ ਨੇ ਕਿ ਜਿਹੜਾ ਥਣ ਬੰਦ ਹੋਈਏ ਜੋ ਦੁੱਧ ਹੀ ਨਾ ਨਿਕਲੇ, ਉਹ ਨਹੀਂ ਠੀਕ ਹੋ ਸਕਦਾ। ਉਹ ਨਹੀਂ ਠੀਕ ਹੁੰਦਾ। ਜਿਹੜਾ ਉਹਨੇ ਬੰਦ ਹੋ ਗਿਆ, ਉਹਨੂੰ ਘਟਦਾ ਪਿਆ, ਉਹਨੂੰ ਨੁਕਸ ਸ਼ੁਰੂ ਕਰ ਦਈਏ, ਇਲਾਜ ਕਿਹੜਾ ਤਾਂ ਠੀਕ ਹੋ ਜਾਂਦਾ। ਯਾਨੀ ਜਿਹਦੀ ਉਹ ਧਾਰ ਜੀ ਬਣ ਜਾਂਦੀ, ਮੀਟਕੀ ਜੀ ਆ ਜਾਂਦੀ ਮੂੰਹ ਨੂੰ, ਮੂੰਹ ਸੜੀ ਉਹਨੂੰ ਕਹਿੰਦੇ, ਮੂੰਹ ਸੜੀ ਵੀ ਕਹਿੰਦੇ ਨੇ, ਤਾਂ ਠੀਕ ਹੋ ਜਾਂਦੀ ਹੈ। ਸਹੀ ਹੋ ਗਿਆ। ਹਾਂ, ਇਸੇ ਸਾਡੇ ਨਾਲ ਹੀ ਠੀਕ ਹੋਣੀ। ਅੱਛਾ, ਇੱਕ ਬੰਦੇ ਨੇ ਸਾਨੂੰ ਪੁੱਛਿਆ, ਉਹਨੇ ਕਿਹਾ ਜੀ ਮੱਝ ਸੂ ਪਈ ਹੈ, ਉਹਦੇ ਬਾਅਦ ਉਹਦਾ ਥਣ ਜਿਹੜਾ ਨਾ ਉਹ ਬਰਾਬਰ ਨਹੀਂ ਰਿਹਾ, ਯਾਨੀ ਉਹਦਾ ਦੁੱਧ ਨਹੀਂ ਉਤਰਦਾ ਪਿਆ, ਉਹ ਕੀ ਵਜ੍ਹਾ? ਘਟ ਗਿਆ। ਉਹਦੀ ਕੀ ਵਜ੍ਹਾ ਹੋ ਸਕਦੀ? ਦੁੱਧ ਪੂਰਾ ਨਹੀਂ ਰਿਹਾ ਥਣ 'ਚ, ਘਟ ਗਿਆ। ਉਹਦੇ ਲਈ ਇਹ ਇਲਾਜ ਇਹਦੀਆਂ ਜੋ ਤੁਹਾਨੂੰ ਦੱਸ ਛੜਿਆ, ਇਹ ਥਣ ਦੇ ਤਕਰੀਬਨ ਸਾਰੇ ਮਸਾਇਲਾਂ ਦੇ ਥਣ ਇਸੇ ਨੇ ਠੀਕ ਹੈ। ਵਾਹ ਬੇ ਵਾਹ, ਵੱਟ ਕੱਢ ਛੜੇ ਤੁਹਾਂ ਦੇ ਅੱਜ। ਜਾਨਵਰਾਂ ਦਾ ਕੰਮ ਕਿੰਨੇ ਅਰਸੇ ਤੋਂ ਕਰ ਰਹੇ ਹੋ? ਅਸੀਂ ਜੀ ਬਚਪਨ ਤੋਂ ਲੈ ਕੇ ਕੰਮ ਕਰ ਰਹੇ। ਬਚਪਨ ਤੋਂ ਲੈ ਕੇ? ਜ਼ਬਰਦਸਤ। ਤੇ ਜ਼ਰਾ ਸਾਨੂੰ ਦੱਸੋ ਨਾ, ਤੁਹਾਂ ਆਪਣੇ ਕੰਮ ਲਈ ਕੀ ਸਕੀਮ ਰੱਖੀ ਏ? ਤਾਜ਼ੀਆਂ ਮੱਝਾਂ ਲੈ ਕੇ ਦੁੱਧ ਵੇਚ ਦਿਓ ਜਾਂ ਖਾਂਗੜੀਆਂ ਲੈ ਕੇ ਉਹਨਾਂ ਨੂੰ ਤਾਜ਼ੀ ਕਰਕੇ ਵੇਚ ਦਿਓ? ਹਾਂਜੀ, ਅਸੀਂ ਖਾਂਗੜੀਆਂ ਲੈਂਦੇ ਜੇ ਤੇ ਤਿਆਰ ਕਰਕੇ ਫਿਰ ਵੇਚ ਦਿੰਦੇ। ਅੱਛਾ, ਹਾਂਜੀ। ਤੇ ਕਿਸ ਤਰ੍ਹਾਂ ਖਾਂਗੜੀਆਂ ਤਲਾਸ਼ ਕਰਦੇ ਹੋ? ਖਾਂਗੜੀਆਂ ਜੀ ਵਪਾਰੀ ਲੋਕ ਫਿਰਦੇ ਰਹਿੰਦੇ ਨੇ। ਅੱਛਾ, ਮੇਰੇ ਕੋਲ ਖਾਂਗੜੀਆਂ ਦੇ 2 ਆ ਕੇ ਲੈ ਲਵੋ, ਉਹਨਾਂ ਨੇ ਲੈਰੀ ਪਾਣੀ ਹੁੰਦੀ ਹੈ। ਅੱਛਾ, ਤੇ ਅਸੀਂ ਖਾਂਗੜੀ ਲੈ ਲੈਂਦੇ ਆ। ਅੱਛਾ, ਹਾਂ। ਤੇ ਤੁਸੀਂ ਲੈਰੀਆਂ ਕਿਉਂ ਨਹੀਂ ਪਾਉਂਦੇ? ਖਾਂਗੜੀਆਂ ਕਿਉਂ ਰੱਖੀਆਂ ਤੁਸੀਂ? ਜੀ ਖਾਂਗੜੀ ਲੈਰੀਆਂ ਦਾ ਬੜੀ ਡਿਊਟੀ ਦੇਣੀ ਪੈਂਦੀ ਹੈ। ਅੱਛਾ, ਉਹਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ ਲੈਰੀਆਂ ਨੂੰ। ਤੇ ਖਾਂਗੜੀਆਂ ਨਹੀਂ ਕਰਨੀ ਪੈਂਦੀ? ਖਾਂਗੜੀਆਂ ਨੂੰ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ। ਅੱਛਾ, ਹਾਂ। ਇੱਕ ਇੱਥੇ ਛੋਟੀ ਜਿਹੀ ਗੱਲ ਪੁੱਛਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਪਤਾ ਹੈ, ਲੇਕਿਨ ਚੰਦ ਲੋਕਾਂ ਨੂੰ ਨਹੀਂ ਪਤਾ ਹੋਣਾ ਖਾਂਗੜੀ ਮੱਝ ਕਿਹਨੂੰ ਕਹਿੰਦੇ ਨੇ। ਖਾਂਗੜੀ ਮੱਝ ਕਿਹਨੂੰ ਕਹਿੰਦੇ ਨੇ ਇਹ ਦੱਸਿਆ ਜੀ। ਖਾਂਗੜੀ ਮੱਝ ਨਵੀਂ ਹੋ ਜਾਂਦੀ ਹੈ ਤੇ ਉਹਦੇ ਥੱਲੇ ਦੁੱਧ ਘਟ ਜਾਂਦਾ, ਦੁੱਧ 2-3 ਕਿਲੋ ਰਹਿੰਦਾ। ਅੱਛਾ, ਤੇ ਬਾਕੀ ਮੱਝ ਖਾਂਗੜੀ ਹੋ ਗਈ ਉਹ ਤੋਂ ਅਸਾਂ ਤਿਆਰ ਕਰਕੇ ਫਿਰ ਵੇਚ ਲੈਣੀ। ਕਿਆ ਜ਼ਰੂਰੀ ਹੈ ਕਿ ਉਹ ਮੱਝ ਨਵੀਂ ਹੋਏ? ਔਰ ਨਵੀਂ ਹੋਏ ਬਗੈਰ ਉਹ ਖਾਂਗੜੀ ਨਹੀਂ ਹੋ ਸਕਦੀ? ਹੋ ਸਕਦੀ ਹੈ। ਅੱਛਾ, ਹਾਂ। ਯਾਨੀ ਜਿਹੜੀ ਮੱਝ ਦੁੱਧੋਂ ਘਟ ਜੇ ਉਹਨੂੰ ਸਾਲ ਹੋ ਗਿਆ ਸੂਈ ਨੂੰ, ਅਸਾਂ ਉਹਨੂੰ ਖਾਂਗੜੀ ਕਹਿਣਾ। ਠੀਕ। ਤੇ ਚਾਚਾ ਜਾਨ ਇਹ ਦੱਸਿਆ ਜੇ ਕਿ ਖਾਂਗੜੀਆਂ ਮੱਝਾਂ ਲੈ ਕੇ ਉਹ ਤਾਜ਼ੀਆਂ ਬਣਾ ਕੇ ਵੇਚਣ ਦੇ ਕਾਰੋਬਾਰ 'ਚ ਕੀ ਫਾਇਦਾ ਹੈ? ਅਗਰ ਕੋਈ ਨਵਾਂ ਬੰਦਾ ਕੰਮ ਕਰਨਾ ਚਾਹੁੰਦਾ ਤਾਂ ਉਹਨੂੰ ਤੁਸੀਂ ਕੀ ਨਸੀਹਤ ਕਰੋਗੇ ਇਸ ਬਾਰੇ? ਉਹਨੂੰ ਅਸੀਂ ਆਖਾਂਗੇ ਵੀ ਇਹ ਖਾਂਗੜਾ ਡੰਗਰ ਲਿਆ, ਇਹਦੇ 'ਚ ਫਾਇਦਾ ਹੈ, ਉਹਦਾ ਲੱਖ ਰੁਪਈਆ ਵੱਧ ਜਾਂਦਾ ਸਿਮਾਈ ਦਾ, ਸਾਲ ਦਾ। ਤੇ ਸਾਲ 'ਚ ਖਰਚ ਵੀ ਤੇ ਕਰਾਂਦੀ ਹੋਏਗੀ ਉਹ? ਅਸਾਂ ਨੇ ਸਾਡਾ ਇੱਥੇ ਖਰਚ ਕੋਈ ਨਹੀਂ, ਅਸੀਂ 12 ਮਹੀਨੇ ਪੱਠੇ ਘਰ ਦੇ ਪਾਣੇ। ਅੱਛਾ, ਹਾਂ। ਤੇ ਜਿਨ੍ਹਾਂ ਦੇ ਘਰ ਦੇ ਨਾ ਹੋਣ ਉਹ ਮੁੱਲ ਲਾ ਕੇ ਪਾਉਂਦੇ, ਉਹ ਲੈਰੀਆਂ ਰੱਖਦੇ ਨੇ, ਉਹ ਖਾਂਗੜੀਆਂ ਨਹੀਂ ਰੱਖਦੇ। ਮੁੱਲ ਲੈ ਕੇ ਖਾਂਗੜੀਆਂ ਨਹੀਂ ਵਾਰਾ ਖਾਂਦੀਆਂ? ਨਹੀਂ ਵਾਰਾ ਖਾਂਦੀਆਂ। ਤੇ ਲੈਰੀਆਂ ਵਾਰਾ ਖਾ ਜਾਂਦੀਆਂ? ਲੈਰੀਆਂ ਵਾਰਾ ਖਾਂਦੀਆਂ ਨੇ। ਉਹ ਕਿੰਜ ਭਾਈ? ਬਸ ਉਹ ਦੁੱਧ ਵੇਚਣਾ ਜੀ ਉਹਨਾਂ ਨੇ। ਫਰਜ਼ ਕਰੋ ਮੱਝ ਨੇ 8 ਮਹੀਨੇ ਦੁੱਧ ਦਿੱਤਾ। ਹਾਂਜੀ, 1.5 ਲੱਖ ਦਾ ਉਹਦਾ ਦੁੱਧ ਹੋਇਆ। ਤੇ ਮਗਰੋਂ ਉਹ ਖਾਂਗੜੀ ਹੋ ਕੇ ਕਿੰਨੇ ਦੀ ਵਿਕੇਗੀ? 70-80 ਦੀ? ਲੱਖ ਦੀ।
ਲੱਖ ਦੀ ਲੱਖ ਦੀ। 2.5 ਲੱਖ ਦੀ ਬਣ ਗਈ 2.5 ਲੱਖ ਤੇ ਲਈ ਤੇ ਉਹਨੇ 2.5 ਦੀ ਤੇ ਫਿਰ ਉਹਨੂੰ ਫਾਇਦਾ ਕਿੱਥੇ ਗਿਆ? ਕੋਈ ਫਾਇਦਾ ਨਹੀਂ ਹੋਇਆ, ਉਹਨੇ ਉਹ ਜੋ ਕੋਈ ਖਾ ਲਿਆ ਵਿੱਚੋਂ। ਅੱਛਾ, ਹਾਂ, ਯਾਨੀ ਤਾਜ਼ੀਆਂ ਲੈ ਕੇ ਮੁੱਲ ਦੇ ਪੱਠੇ ਪਾਉਣ ਵਾਲਿਆਂ ਨੂੰ ਕੋਈ ਫਾਇਦਾ ਨਹੀਂ। ਕੋਈ ਫਾਇਦਾ ਨਹੀਂ। ਜੇ ਮੁਨਾਫਾ ਕਰਨਾ ਤੇ ਫਿਰ ਖਾਂਗੜੀ ਲੈ ਕੇ ਪਾ ਲਓ। ਖਾਂਗੜੀ ਲਾ ਕੇ ਘਰ ਦੀ ਪੱਠੇ ਪਾਓ ਤੇ ਫਿਰ ਉਹਦੇ 'ਚ ਫਾਇਦਾ। ਠੀਕ ਹੈ, ਠੀਕ ਹੈ। ਹਾਂ। ਤੁਸੀਂ ਇਸ ਟਾਈਮ ਸਾਲ 'ਚ ਕਿੰਨੀਆਂ ਕੁ ਖਾਂਗੜੀਆਂ ਲੈ ਕੇ ਤਾਜ਼ੀਆਂ ਕਰਕੇ ਵੇਚਦੇ ਹੋ? ਸਾਡਾ ਕਾਰੋਬਾਰ ਜਿਹੜਾ ਅਸੀਂ 20 ਕੇ ਰੱਖ ਲੈਨੇ ਆ। ਅੱਛਾ ਹਾਂ, ਤੇ ਫਿਰ ਅਸੀਂ ਪੱਠੇ ਪਾ ਕੇ ਸਾਰਾ ਸਿਆਲ ਤੇ ਉਹਨਾਂ ਨੂੰ ਪਾਲਣਾ, ਅੱਛਾ ਤਿਆਰ ਕਰਕੇ ਫਿਰ ਅੱਗੋਂ ਵੇਚਣੀਆਂ ਨਾ। ਅੱਛਾ, ਹਾਂ, ਤੇ ਕਿੰਨੇ ਕੁ ਬੰਦੇ ਤੁਸੀਂ ਸੰਭਾਲਦੇ ਜੇ? ਅਸੀਂ 4 ਬੰਦੇ ਜੀ। 4 ਬੰਦੇ? 4 ਬੰਦੇ। ਤੇ ਕੀ ਹੋਰ ਉਹਨਾਂ ਨਾਲ ਜ਼ਿਮੀਦਾਰਾ, ਮੁੰਜੀ ਦਾ, ਕਣਕ ਦਾ ਬਥੇਰਾ ਕੰਮ ਹੈ ਸਾਡਾ। ਨਹੀਂ, ਉਹ ਜ਼ਿਮੀਦਾਰੇ ਨੂੰ ਕੱਢ ਕੇ ਮੱਝਾਂ ਅਗਰ 20 ਹੋਣ ਤਾਂ ਕਿੰਨੇ ਬੰਦੇ ਸੰਭਾਲ ਸਕਦੇ? ਉਹ 2-3 ਬੰਦੇ ਹੋਣ, 2 ਵੀ ਹੋਣ ਤੇ ਤਾਂ ਵੀ ਸੰਭਾਲ ਲੈਂਦੇ ਨੇ। ਅੱਛਾ, ਹਾਂ, ਤੇ ਉਹਨਾਂ ਦੀ ਕੀ ਖਾਤਰ ਸੇਵਾ ਕਰਨੀ ਚਾਹੀਦੀ ਖਾਂਗੜੀ ਮੱਝ ਦੀ ਕਿ ਪੈਸੇ ਵੀ ਬਚਣ ਤੇ ਉਹ ਸਿਹਤ ਵੀ ਉਹਦੀ ਸਹੀ ਰਵੇ? ਉਹਨੂੰ ਜਿੰਨਾ ਤੱਕ ਚੋਣਾ ਉਹਨੂੰ ਵੰਡਾ ਪਾਣਾ ਹੈ। ਅੱਛਾ, ਤੇ ਜਿਹੜੇ ਪੱਠੇ ਉਹਨੇ ਦੁੱਧ ਨਹੀਂ ਦੇਣਾ, ਛੜੇ ਪੱਠੇ ਪਾਣੇ ਨੇ ਉਹਨੂੰ। ਸਟਾਲੇ ਦਾ ਫਸਲ ਹੈ, ਅੱਗੋਂ ਚਰੀ ਬਾਜਰਾ ਆ ਜਾਂਦਾ, ਉਹ ਪਾਈ ਦੇ। ਅੱਛਾ, ਹਾਂ, ਤੇ ਚਰਾਂਦੇ ਨਹੀਂ? ਚਰਾਈ ਦਾ ਵੀ ਆ, ਸਟਾਲਿਆਂ 'ਚ ਜਾ ਕੇ ਜਿਹੜੇ ਮੌਸਮ ਆਉਂਦਾ ਉਹਦੇ ਚਰਾਈ ਦਾ ਵੀ ਆ। ਅੱਛਾ, ਹਾਂ, ਉਂਝ ਵਿਹੜੇ ਰਹਿੰਦੀਆਂ ਨੇ, ਠੀਕ ਹੈ, ਧੁੱਪੇ ਛਾਵੇਂ ਕਰੀਦਾ। ਠੀਕ ਹੈ। ਸਿਆਲ 'ਚ ਧੁੱਪੇ ਬੰਨੀ ਦੀਆਂ, ਗਰਮੀਆਂ 'ਚ ਛਾਵੇਂ ਬੰਨੀ ਦੀਆਂ ਨੇ। ਹਾਂ, ਤੇ ਉਹ ਮੱਝ ਜਿਹੜੀ ਤੁਸੀਂ ਖਾਂਗੜੀ ਲਈ ਸੀ ਲੱਖ ਰੁਪਏ ਦੀ, ਹਾਂਜੀ, ਉਹ ਦੁਬਾਰਾ ਤਾਜ਼ੀ ਹੋਣ ਤੱਕ ਕਿੰਨਾ ਕੁ ਖਰਚ ਕਰਾ ਜਾਂਦੀ ਹੈ? ਉਹਦਾ ਸਾਡਾ ਤੇ ਉਹਦਾ ਖਰਚਾ ਕੋਈ ਨਹੀਂ ਇਹਦਾ। ਯਾਨੀ ਤੁਸੀਂ ਖਰਚੇ ਤੋਂ ਬਗੈਰ ਹੀ? ਅਸੀਂ ਖਰਚੇ ਤੋਂ ਬਗੈਰ। ਠੀਕ ਇਹ ਪਿੰਡਾਂ 'ਚ ਰਹਿਣ ਦਾ ਇਹ ਫਾਇਦਾ ਜਿਹੜਾ ਉਹਦਾ ਖਰਚਾ ਕੋਈ ਨਹੀਂ। ਠੀਕ ਹੈ। ਹਾਂ, ਤੇ ਕਿਆ ਕੰਮ ਸ਼ਹਿਰਾਂ 'ਚ ਨਹੀਂ ਵਾਰਾ ਖਾਂਦਾ? ਨਹੀਂ ਜੀ, ਸ਼ਹਿਰਾਂ 'ਚ ਕਿੱਥੇ ਵਾਰਾ ਖਾਂਦਾ। ਵਾਹ ਬੇ ਵਾਹ, ਵੱਟ ਕੱਢ ਛੜੇ ਨੇ ਤੁਹਾਂ ਤੇ ਅੱਜ। ਠੀਕ ਹੋ ਗਿਆ। ਅੱਛਾ ਜਰਾ ਜੀ, ਬੜੀ ਤੁਹਾਂ ਅਹਿਮ ਗੱਲਬਾਤ ਦੱਸੀ ਸਾਨੂੰ, ਹਾਂਜੀ। ਤੇ ਉਮੀਦ ਹੈ ਕਿ ਤੁਹਾਡੇ ਮਸ਼ਵਰੇ ਜਿਹੜੇ ਲੋਕਾਂ ਨੂੰ ਪਸੰਦ ਆਣਗੇ। ਕੋਈ ਬੰਦਾ ਤੁਹਾਡੇ ਨਾਲ ਅਗਰ ਰਾਬਤਾ ਕਰਨਾ ਚਾਹੇ, ਹਾਂਜੀ, ਕੋਈ ਨੰਬਰ ਆਪਣਾ ਦੇ ਸਕਦੇ? ਹਾਂਜੀ, ਬੋਲਿਓ। 0305 ਜੀ 62 67 811। ਬਹੁਤ ਸ਼ੁਕਰੀਆ ਚਾਚਾ ਸਨਾਉल्ला ਫਰਾਮ ਬਜਵਾਤ। ਅਸਲਾਮ ਵਾਲੇਕੁਮ। ਵਾਲੇਕੁਮ।